गरीबों के लिए ना यो शहर है ही ना। ਫਿਲਮ ਸ਼ੂਟ ਕੀਤੀ ਗਈ ਹੈ, ਬਹੁਤ ਹੀ ਇੰਟਰਸਟਿੰਗ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ ਐਂਡ ਬਹੁਤ ਹੀ ਇੰਟਰਨੈਸ਼ਨਲ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ। ਜਿਵੇਂ ਰੈਗੂਲਰ ਆਪਾਂ ਜਿਵੇਂ ਫਿਲਮ ਸ਼ੂਟ ਕਰਦੇ ਹਾਂ ਉਵੇਂ ਨਹੀਂ ਹੈਗੀ। ਉਹਨੂੰ ਕੁਝ ਸਮਝ ਨਹੀਂ ਆਉਂਦਾ ਨਸ਼ਾ ਕਰਕੇ ਆਇਆ ਕਿਵੇਂ ਇਵੈਂਚੁਅਲੀ ਇਹਦੇ ਨਾਲ ਹੁੰਦਾ ਕੀ ਹੈ ਤੇ ਇਹਦੇ ਥਾਟਸ ਤੇ ਸੋਚ ਕੀ ਰਿਹਾ ਉਹ ਬਹੁਤ ਇੰਪੋਰਟੈਂਟ ਹੈਗਾ। देखो मनप्रीत, आज 10 तारीख हो गई है। ਕੱਲ ਦੇ ਦੇਵਾਂਗਾ ਆਂਟੀ ਜੀ। ਸਰ ਜੀ ਮੇਰੀ ਸੈਲਰੀ ਨਹੀਂ ਆਈ। ਤੁਹਾਡੇ ਏਰੀਆ ਜੌਬਸ ਹੀ ਹੈ ਨਹੀਂ, ਤੁਹਾਡੇ ਏਰੀਆ 'ਚ ਐਜੂਕੇਸ਼ਨ ਹੀ ਹੈ ਨਹੀਂ ਤੇ ਪੰਜਾਬ 'ਚ ਕਾਫੀ ਏਰੀਆਜ਼ ਨੇ ਜਿੱਥੇ ਇਹ ਪ੍ਰੋਬਲਮ ਹੈਗੀ ਹੈ। ਕੀ ਗੱਲ ਹੋ ਗਈ? ਹਾਲੀ ਸਵੇਰੇ ਤਾਂ ਆਪ ਮੈਂ ਉਹਨੂੰ ਬੱਸ ਤੇ ਚੜਾ ਕੇ ਆਇਆ। ਤਾਂ ਤੁਸੀਂ ਪੁੱਛ ਲਓ ਨਾ ਜੀ। ਮੈਂ ਨਹੀਂ ਜਾਣਾ ਦਿੱਲੀ। ਜਿਹਦੇ ਨਾਲ ਇਹਦੀ ਇੰਗੇਜਮੈਂਟ ਹੁੰਦੀ ਹੈ ਉਹ ਰੀਅਲ ਟਾਈਮ ਵਿੱਚ ਇੱਕ ਦੋ ਵਾਰੀ ਆਉਂਦੀ ਹੈ ਫਿਲਮ 'ਚ, ਜਾਂ ਤਾਂ ਪਾਸਟ ਵਿੱਚ ਹੁੰਦੀ ਹੈ ਜਾਂ ਉਹਦੇ ਦਿਮਾਗ ਵਿੱਚ ਚੱਲ ਰਹੀ ਹੁੰਦੀ ਹੈ। ਤਾਂ ਜਦੋਂ ਦਿਮਾਗ ਚੱਲ ਰਹੀ ਹੁੰਦੀ ਉਹ ਸਾਹਮਣੇ ਬੈਠੀ ਹੁੰਦੀ ਹੈ। ਬ੍ਰਾਈਡ ਐਂਡ ਗਰੂਮ ਤੇ ਵਿਆਹ ਦੇ ਬਾਅਦ ਹੋਣਗੇ ਭਾਈ। ਹੁਣ ਇੱਕ ਵੱਡੀ ਕੰਪਨੀ 'ਚ ਨੌਕਰੀ ਹੈ, ਤਨਖਾਹ ਵੀ ਵਧੀਆ ਹੈ, 2 ਕਮਰੇ ਦਾ ਘਰ ਹੈ, ਤੈਨੂੰ ਘੁਮਾਉਣ ਲਈ ਮੈਂ ਮੋਟਰਸਾਈਕਲ ਵੀ ਲੈਤੀ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਆਨ ਰਹੇ ਤੋਂ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਆ ਤੇ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ। ਜੇਕਰ ਗੱਲ ਕੀਤੀ ਜਾਵੇ ਸਟਰਗਲ ਲਾਈਫ ਦੀ ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ, ਪਿੰਡਾਂ ਜਾ ਕੇ ਬਾਹਰ ਜਾ ਕੇ ਕੰਮ ਕਰਨਾ ਹੋਰ ਵੀ ਜ਼ਿਆਦਾ ਔਖਾ ਹੁੰਦਾ ਤੇ ਵਿਦੇਸ਼ਾਂ ਦੀ ਵੀ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਔਖਾ ਹੁੰਦਾ। ਇਸ ਨੂੰ ਲੈ ਕੇ ਇੱਕ ਫਿਲਮ ਆਈ ਹੈ ਰੰਜ, ਜਿਹਦੇ ਸਟਾਰ ਕਾ ਸਾਡੇ ਨਾਲ ਮੌਜੂਦ ਹੈ ਦੇਸ਼ ਭਾਜੀ। ਬਹੁਤ ਬਹੁਤ ਸਵਾਗਤ ਤੁਹਾਡਾ ਔਨ 에ਅਰ ਤੇ। ਸਤਿ ਸ਼੍ਰੀ ਅਕਾਲ ਤੁਹਾਨੂੰ ਨਾਲੇ। ਕੀ ਹਾਲ ਹੈ ਤੁਹਾਡੇ? ਮੈਂ ਵਧੀਆ ਜੀ, ਠੀਕ ਹੋ? ਬਸ ਹੁਣੇ ਫਿਲਮ ਰਿਲੀਜ਼ ਹੋਈ ਹੈ ਤੇ ਜੀ ਬਸ ਵਧੀਆ ਹੈਗੇ ਆ ਤੇ ਫਾਈਨਲੀ ਫਿਲਮ ਰਿਲੀਜ਼ ਹੋਈ ਹੈ। ਇਹ ਜੀ ਐਕਚੁਅਲੀ ਫਿਲਮ ਰਿਲੀਜ਼ ਹੋਣੀ ਸੀ 2020 'ਚ ਤੇ ਫਿਰ ਕਰੋਨਾ ਆਇਆ, ਸਾਨੂੰ 2 ਸਾਲ ਵੇਟ ਕਰਨਾ ਪਿਆ ਤੇ ਹੁਣ ਫਾਈਨਲੀ ਰਿਲੀਜ਼ ਹੋਈ ਹੈ ਤੇ ਫਿਰ ਇਵੈਂਚੁਅਲੀ ਇਹ ਆਨਲਾਈਨ ਪਲੇਟਫਾਰਮ ਤੇ ਵੀ ਆਊਗੀ। ਹਾਂਜੀ। ਸੋ ਭਾਜੀ ਤੁਹਾਡਾ ਕਿਰਦਾਰ ਕੀ ਇਸ ਦੇ ਵਿੱਚ, ਫਿਲਮ ਦੇ ਵਿੱਚ, ਤੇ ਕੀ ਵੇਖਣ ਨੂੰ ਮਿਲੂਗਾ ਸਾਨੂੰ? ਇਹ ਜੀ ਜਿਹੜੀ ਫਿਲਮ ਹੈਗੀ ਹੈ ਇੱਕ ਕੈਰੈਕਟਰ ਡਰਿਵਨ ਫਿਲਮ ਹੈਗੀ ਹੈ। ਤੁਸੀਂ ਇੱਕ ਕੈਰੈਕਟਰ ਨੂੰ ਫੋਲੋ ਕਰ ਰਹੇ ਹੋ। ਸੋ ਇਸ ਫਿਲਮ 'ਚ ਜਿਵੇਂ ਫਿਲਮ ਸ਼ੂਟ ਕੀਤੀ ਗਈ ਹੈ, ਬਹੁਤ ਹੀ ਇੰਟਰਸਟਿੰਗ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ ਐਂਡ ਬਹੁਤ ਹੀ ਇੰਟਰਨੈਸ਼ਨਲ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ। ਜਿਵੇਂ ਰੈਗੂਲਰ ਆਪਾਂ ਜਿਵੇਂ ਫਿਲਮ ਸ਼ੂਟ ਕਰਦੇ ਹਾਂ ਉਵੇਂ ਨਹੀਂ ਹੈਗੀ ਤੇ ਇਹਦੇ 'ਚ ਇੱਕ ਕੈਰੈਕਟਰ ਹੁੰਦਾ ਤੇ ਦੂਜੇ ਕੈਰੈਕਟਰਸ ਇਹਦੀ ਲਾਈਫ ਵਿੱਚ ਆਉਂਦੇ ਨੇ ਤੇ ਕਿਵੇਂ ਇਵੈਂਚੁਅਲੀ ਇਹਦੇ ਨਾਲ ਹੁੰਦਾ ਕੀ ਹੈ ਤੇ ਇਹਦੇ ਥਾਟਸ ਤੇ ਸੋਚ ਕੀ ਰਿਹਾ ਉਹ ਬਹੁਤ ਇੰਪੋਰਟੈਂਟ ਹੈਗਾ ਇਸ ਫਿਲਮ ਵਿੱਚ। ਤੇ ਜੀ ਮੋਟਾ ਇਹ ਫਿਲਮ ਜੀ 3 ਚੀਜ਼ਾਂ ਬਾਰੇ ਗੱਲ ਕਰਦੀ ਹੈ। ਇੱਕ ਤਾਂ ਜੀ ਹੈਗੀ ਹੈ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਮਤਲਬ ਤੁਸੀਂ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਜਾਂ ਪਿੰਡ ਤੋਂ ਵੱਡੇ ਸ਼ਹਿਰ ਕਿਤੇ ਵੀ ਤੁਸੀਂ ਬਾਹਰ ਜਾਂਦੇ ਹੋ ਕੰਮ ਕਰਨ ਵਾਸਤੇ ਜਾਂ ਆਪਦੀ ਲਾਈਵਲੀਹੁੱਡ ਵਾਸਤੇ। ਹੁਣ ਜੀ ਇਹ ਥੋੜ੍ਹਾ ਜਿਹਾ ਪੰਜਾਬ ਦਾ ਜਿਹੜਾ ਮਾਹੌਲ ਹੈ ਉਹਦੇ ਬਾਰੇ ਵੀ ਗੱਲ ਕਰਦੀ ਹੈ। ਹੁਣ ਪੰਜਾਬ ਵਿੱਚ ਜੀ ਇਸ ਟਾਈਮ 'ਤੇ ਜੋਬ ਓਪਰਚੁਨਿਟੀਜ਼ ਹੈ ਨਹੀਂ, ਅਨਐਮਪਲੋਇਮੈਂਟ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ। ਠੀਕ ਹੈ ਜੀ, ਤੁਸੀਂ ਕਿੰਨੇ ਲੋਕਾਂ ਨੂੰ ਗਵਰਨਮੈਂਟ ਜੋਬਸ ਦੇ ਦੋਗੇ ਤੇ ਲੋਕ ਕੀ ਕਰਦੇ ਫਿਰ ਬਾਹਰ ਜਾਂਦੇ ਨੇ। ਆਪਾਂ ਕਹਿੰਦੇ ਨਾ ਪੰਜਾਬੀ ਜੀ ਬਾਹਰ ਜਾ ਰਹੇ ਨੇ, ਇੱਥੇ ਨਹੀਂ ਰਹਿ ਰਹੇ ਐਂਡ ਆਲ ਦੈਟ ਹੈ। ਤੇ ਪ੍ਰੋਬਲਮ ਇਹ ਹੈਗੀ ਹੈ ਜੌਬਸ ਹੈ ਨਹੀਂ। ਇੱਕ ਤਾਂ ਜੀ ਹੋ ਗਈ ਤੁਹਾਡੀ ਚੋਇਸ, ਤੁਸੀਂ ਬਾਹਰ ਜਾ ਰਹੇ ਹੋ ਕਿਉਂਕਿ ਤੁਹਾਡੀ ਚੋਇਸ ਹੈ, ਤੁਸੀਂ ਇੱਕ ਪਰਟੀਕੂਲਰ ਕੰਮ ਕਰਨਾ ਹੈ। ਠੀਕ ਹੈ, ਉਹ ਤਾਂ ਬਹੁਤ ਅੱਡ ਗੱਲ ਹੈ ਜੀ। ਪਰ ਇੱਕ ਤਾਂ ਹੋ ਗਈ ਜੀ ਤੁਸੀਂ ਧੱਕੇ ਨਾਲ ਬਾਹਰ ਜਾ ਰਹੇ ਹੋ ਕਿਉਂਕਿ ਤੁਹਾਡੇ ਕੋਲ ਹੋਰ ਕੋਈ ਓਪਰਚੁਨਿਟੀ ਹੈ ਹੀ ਨਹੀਂ, ਤੁਹਾਡੇ ਏਰੀਆ ਜੌਬਸ ਹੀ ਹੈ ਨਹੀਂ, ਤੁਹਾਡੇ ਏਰੀਆ 'ਚ ਐਜੂਕੇਸ਼ਨ ਹੀ ਹੈ ਨਹੀਂ। ਤੇ ਪੰਜਾਬ 'ਚ ਕਾਫੀ ਏਰੀਆਜ਼ ਨੇ ਜਿੱਥੇ ਇਹ ਪ੍ਰੋਬਲਮ ਹੈਗੀ ਹੈ ਤੇ ਬਹੁਤ ਮਤਲਬ ਇਹਨੂੰ ਐਡਰੈਸ ਕਰਨਾ ਵੀ ਬਹੁਤ ਜ਼ਰੂਰੀ ਹੈ ਇਨ ਦਾ ਫਿਊਚਰ। ਆਪਣੀ ਨਵੀਂ ਜਿਹੜੀ ਪੀੜ੍ਹੀ ਹੈ ਆਪਾਂ ਫਿਰ ਕੀ ਕਰਾਂਗੇ? ਵੀ ਨੀਡ ਇੰਡਸਟਰੀ ਜੀ, ਵੀ ਨੀਡ ਸਕਿਲਡ ਲੇਬਰ ਐਂਡ ਫਿਰ ਹੀ ਜਾ ਕੇ ਆਪਣੇ ਪੰਜਾਬੀਆਂ ਦਾ ਜਿਹੜੇ ਹੁਣ ਹਾਲਾਤ ਮਤਲਬ ਹੁਣ ਹੋ ਗਏ ਨੇ ਉਹ ਫਿਰ ਜਾ ਕੇ ਬੈਟਰ ਹੋਣਗੇ। ਹੁਣ ਪੰਜਾਬੀ ਜੀ ਪੰਜਾਬੀ ਜਿੰਨਾ ਜਜ਼ਬਾ ਹੁੰਦਾ ਕੰਮ ਕਰਨ ਵਾਸਤੇ, ਠੀਕ ਹੈ ਜੀ, ਇੰਨੀ ਡਰਾਈਵ ਹੁੰਦੀ ਹੈ, ਪੰਜਾਬੀ ਹਰ ਥਾਂ 'ਤੇ ਨੇ, ਠੀਕ ਹੈ, ਪਰ ਪੰਜਾਬੀ ਨੂੰ ਡਾਇਰੈਕਸ਼ਨ ਵੀ ਤਾਂ ਚਾਹੀਦਾ ਹੁੰਦਾ ਹੈ ਨਾ। ਹੁਣ ਜੇ ਏਰੀਆ 'ਚ ਕੁਝ ਹੈ ਹੀ ਨਹੀਂ ਕੰਮ ਕਰਨ ਨੂੰ ਤੇ ਡਾਇਰੈਕਸ਼ਨ ਕਾਹਦਾ? ਤੁਸੀਂ ਵਿਹਲੇ ਹੀ ਬੈਠੇ ਹੋਗੇ ਨਾ। ਸੋ ਇੱਕ ਤਾਂ ਉਹ ਗੱਲ ਹੋ ਗਈ। ਹੁਣ ਤੁਸੀਂ ਬਾਹਰ ਚਲੇ ਗਏ, ਚਲੋ ਠੀਕ ਹੈ, ਕੰਮ ਕਰਨ ਵਾਸਤੇ। ਹੁਣ ਇੱਕ ਤਾਂ ਹੋ ਗਿਆ ਕਿ ਪੇਰੈਂਟਸ ਤੇ ਉਹ ਹੁੰਦੇ ਕਿ ਜੀ ਬੱਚਾ ਬਾਹਰ ਜਾਊਗਾ, ਡ੍ਰੀਮਸ ਹੁੰਦੇ ਨੇ ਕਿ ਬਾਹਰ ਜਾਣਗੇ ਤੇ ਬਹੁਤ ਵਧੀਆ ਕਰਨਗੇ, ਰਿਸ਼ਤੇਦਾਰਾਂ ਸਾਹਮਣੇ ਵੀ ਸੋਹਣਾ ਲੱਗੂਗਾ ਹੈ ਨਾ ਕਿ ਜੀ ਕਿੰਨਾ ਚੰਗਾ ਕਰ ਰਹੇ। ਪਰ ਜ਼ਰੂਰੀ ਨਹੀਂ ਹੈ ਸਾਰਾ ਟਾਈਮ ਸਟੋਰੀ ਸਕਸੈਸ ਸਟੋਰੀ ਹੁੰਦੀ ਹੈ। ਤੇ ਜਿਹੜੇ ਬਾਹਰ ਹੁੰਦੇ ਆ ਬੱਚੇ ਉਹ ਸ਼ੇਅਰ ਵੀ ਨਹੀਂ ਕਰਦੇ ਚੰਗੀ ਤਰ੍ਹਾਂ ਕਿ ਫਿਰ ਪੇਰੈਂਟਸ ਨੂੰ ਕਿਵੇਂ ਲੱਗੂਗਾ। ਫੈਮਿਲੀ ਦਾ ਸਵਾਲ ਹੈ ਨਾ, ਉਹ ਫਿਰ ਕੰਮ ਖਰਾਬ ਹੋ ਜਾਂਦਾ ਹੈ ਕਿਉਂਕਿ ਇਹ ਡੀਲਸ ਵਿਦ ਅਨਦਰ ਪੁਆਇੰਟ ਦ ਫਿਲਮ ਡੀਲਸ ਵਿਦ ਇਜ਼ ਅਰਬਨ ਆਈਸੋਲੇਸ਼ਨ। ਅਰਬਨ ਆਈਸੋਲੇਸ਼ਨ ਮਤਲਬ ਤੁਸੀਂ ਬਾਹਰ ਪਹੁੰਚ ਕੇ ਨਾ ਤੁਹਾਡੇ ਮਾਪੇ, ਨਾ ਰਿਸ਼ਤੇਦਾਰ, ਨਾ ਤੁਹਾਡੇ ਫਰੈਂਡਸ ਉੱਥੇ ਨੇ,
ਉੱਤੋਂ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਤੁਸੀਂ ਫਿਰ ਇਕੱਲਾਪਨ ਮਹਿਸੂਸ ਕਰਦੇ ਹੋ, ਤੁਸੀਂ ਕੀ ਕਰੋਗੇ? ਠੀਕ ਹੈ ਜੀ, ਆਪਦਾ ਟਾਈਮ ਕਿਵੇਂ ਬਿਤਾਓਗੇ? ਕਿਉਂਕਿ ਕੱਲਾ ਪੈਸਾ ਤੁਹਾਨੂੰ ਸਾਰਾ ਕੁਝ ਨਹੀਂ ਦਿੰਦਾ। ਤੁਹਾਨੂੰ ਕਮਿਊਨਿਟੀ ਦੀ ਲੋੜ ਹੁੰਦੀ ਹੈ। ਹੁਣ ਆਪਣੀ ਦੇਖੋ ਪੰਜਾਬੀ ਕਮਿਊਨਿਟੀ, ਆਪਾਂ ਟਰਾਈ ਕਰਦੇ ਆ ਆਪਦੀ ਕਮਿਊਨਿਟੀ ਸਟਰੋਂਗ ਰੱਖਣਾ, ਤੇ ਇੱਕ ਮੈਸੇਜ ਵੀ ਹੈ ਜੀ, ਆਪਦੀ ਕਮਿਊਨਿਟੀ ਸਟਰੋਂਗ ਰੱਖੋ ਜੇ ਤੁਸੀਂ ਬਾਹਰ ਜਾਂਦੇ ਹੋ, ਹਨਾ। ਇੱਕ ਤਾਂ ਉਹ ਹੋ ਗਿਆ, ਉੱਤੋਂ ਜੀ ਹੈਗੀ ਹੈ ਲਵ ਸਟੋਰੀ। ਤੋ ਜਿਵੇਂ ਦਿਖਾਈ ਗਈ ਹੈ ਲਵ ਸਟੋਰੀ ਬਹੁਤ ਹੀ ਅੱਡ ਤਰੀਕੇ ਨਾਲ ਦਿਖਾਈ ਗਈ ਹੈ। ਜਿਹੜੀ ਕੈਰੈਕਟਰ ਹੈਗੀ ਹੈ ਗੀਤੂ, ਜਿਹਦੇ ਨਾਲ ਇਹਦੀ ਇੰਗੇਜਮੈਂਟ ਹੁੰਦੀ ਹੈ, ਉਹ ਰੀਅਲ ਟਾਈਮ ਵਿੱਚ ਇੱਕ ਦੋ ਵਾਰੀ ਆਉਂਦੀ ਹੈ ਫਿਲਮ 'ਚ, ਜਾਂ ਤਾਂ ਪਾਸਟ ਵਿੱਚ ਹੁੰਦੀ ਹੈ ਜਾਂ ਉਹਦੇ ਦਿਮਾਗ ਵਿੱਚ ਚੱਲ ਰਹੀ ਹੁੰਦੀ ਹੈ। ਤੋ ਜਦੋਂ ਦਿਮਾਗ ਚੱਲ ਰਹੀ ਹੁੰਦੀ ਉਹ ਸਾਹਮਣੇ ਬੈਠੀ ਹੁੰਦੀ ਹੈ। ਸੋ ਉਹਨਾਂ ਦੀ ਕਨਵਰਸੇਸ਼ਨਸ ਬਹੁਤ ਹੀ ਸਟਲ ਤਰੀਕੇ ਨਾਲ ਬਹੁਤ ਹੀ ਇੰਟਰਸਟਿੰਗ ਹੈਗੀ ਹੈ। ਹਾਂਜੀ, ਸੋ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਤੁਸੀਂ ਦੇਖਦੇ ਹੋ, ਫਿਲਮ ਬਣਾਈ ਗਈ ਹੈ, ਸਿਸਟਮ ਨੂੰ ਕਿਵੇਂ ਦੇਖਦੇ ਹੋ? ਸਿਸਟਮ ਪੰਜਾਬ ਦੇ ਵਿੱਚ ਸਹੀ ਨਹੀਂ ਹੈਗਾ, ਹਨਾ, ਕਿਉਂਕਿ ਲੋਕ ਬਾਹਰ ਜਾ ਰਹੇ ਨੇ, ਜਾਂ ਜੇ ਹੋਰ ਕਦੇ ਗੱਲ ਕੀਤੀ ਸੂਬਿਆਂ ਦੇ ਵਿੱਚ ਗੱਲ ਕੀਤੀ ਜਾਂ ਬਾਹਰ ਜਾ ਰਹੇ ਨੇ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਦੇਖੋ ਜੀ, ਪੰਜਾਬ ਇੱਕ ਟਾਈਮ ਤੇ ਆਪਣੀ ਪੰਜਾਬ ਐਗਰੋ ਬੇਸਡ ਇੰਡਸਟਰੀ ਜ਼ਿਆਦਾ ਹੈਗੀ ਆਪਣੇ ਪੰਜਾਬ 'ਚ। ਹਾਂਜੀ, ਤੇ ਇੱਕ ਟਾਈਮ ਸੀਗਾ ਜਦੋਂ ਪੰਜਾਬ ਜਾਣਿਆ ਜਾਂਦਾ ਸੀ ਕਿ ਕਿੰਨਾ ਵਧੀਆ ਕਰ ਰਿਹਾ ਪੰਜਾਬ। ਹਾਂਜੀ, ਫਿਰ ਜੀ ਹੁਣ ਜ਼ਮੀਨਾਂ ਵੀ ਟੁੱਟ ਗਈਆਂ। ਇਹ ਬਹੁਤ ਹੀ ਇਹ ਐਕਚੁਅਲ ਰਿਐਲਿਟੀ ਹੈਗੀ ਹੈ। ਜਿਹਦੇ ਕੋਲ ਪਹਿਲਾਂ ਜ਼ਿਆਦਾ ਜ਼ਮੀਨ ਸੀ ਉਹ ਘਟ ਗਈਆਂ, ਹੈ ਨਾ। ਇੱਕ ਤਾਂ ਉਹ ਪ੍ਰੋਬਲਮ ਹੈਗੀ ਹੈ, ਜਦੋਂ ਜ਼ਮੀਨਾਂ ਘਟ ਗਈਆਂ ਤੇ ਤੁਹਾਡੇ ਕੋਲ ਜੌਬਸ ਨਹੀਂ, ਫਿਰ ਤੁਸੀਂ ਕੀ ਕਰੋਗੇ? ਠੀਕ ਹੈ, ਹੁਣ ਜਿਵੇਂ ਅਮਨਪ੍ਰੀਤ ਹੈਗਾ, ਉਹਦੇ ਦਾਦੇ ਕੋਲ ਹੁੰਦੀ ਸੀ ਜ਼ਮੀਨ, ਹੁਣ ਇਹਦੇ ਕੋਲ ਕੁਝ ਬਚਿਆ ਨਹੀਂ। ਤੇ ਤੁਸੀਂ ਇੰਨੇ ਕੇਸ ਹੋਣਗੇ ਪੰਜਾਬ 'ਚ ਜਿਹਦੇ 'ਚ ਮਤਲਬ ਜੇ ਮੁੰਡਾ ਹੋਏ ਕੁੜੀ ਹੋਏ ਕਹਿਣਗੇ ਮੇਰੇ ਦਾਦੇ ਕੋਲ ਸੀਗਾ, ਤੇ ਹੁਣ ਆਪਣੇ ਕੋਲ ਕੁਝ ਨਹੀਂ ਹੈ, ਪੜ੍ਹਾਈ ਵੀ ਚੱਜ ਨਾਲ ਨਹੀਂ ਹੁੰਦੀ। ਠੀਕ ਹੈ ਜੀ, ਇੰਨੇ ਕੇਸ ਤੇ ਵੱਧ ਹੀ ਰਹੇ ਨੇ। ਇਹ ਤਾਂ ਹੋ ਹੀ ਜਾਊਗਾ, ਪਰ ਫਿਰ ਜੇ ਓਪਰਚੁਨਿਟੀ ਵੱਧ ਜੇ, ਇੰਡਸਟਰੀ ਵੱਧ ਜੇ, ਤਾਂ ਫਿਰ ਪੰਜਾਬ ਦੇ ਹਾਲਾਤ ਬੈਟਰ ਹੋ ਜਾਣਗੇ। ਇੰਪਲੋਇਮੈਂਟ ਇੰਪਰੂਵ ਕਰਨੀ ਬਹੁਤ ਜ਼ਰੂਰੀ ਹੈ ਜੀ। ਜਨਰੇਸ਼ਨ ਦੀ ਗੱਲ ਕੀਤੀ ਜਾਵੇ ਅੱਜ ਦੀ, ਹੈ ਨਾ, ਆਪਾਂ ਬਾਹਰ ਜਾਂਦੇ ਆ, ਰੂਮ ਲੈਣੇ ਪੈਂਦੇ ਨੇ ਜਾਂ ਰੋਟੀ ਪਾਣੀ ਆਪ ਕਰਨਾ, ਲੋਕਾਂ ਨੂੰ ਦਿੱਕਤਾਂ ਬਹੁਤ ਜ਼ਿਆਦਾ ਕਿ ਜੇ ਆਪਣੇ ਪੰਜਾਬ ਆਪਣੇ ਸ਼ਹਿਰ ਦੇ ਵਿੱਚ ਨੌਕਰੀਆਂ ਮਿਲੇ ਤਾਂ ਬੰਦਾ ਕਿਉਂ ਬਾਹਰ ਜਾਵੇ, ਹੈ ਨਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਫਿਰ? ਦੇਖੋ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਪਿੰਡ ਵੱਡੇ ਸ਼ਹਿਰ ਵਾਂਗੂ ਹੋ ਜਾਊਗਾ, ਉਹ ਇੰਨਾ ਈਜ਼ੀ ਨਹੀਂ ਹੈ, ਬਟ ਓਪਰਚੁਨਿਟੀਜ਼ ਤਾਂ ਵਧਾ ਸਕਦੇ ਹੋ, ਹੈ ਨਾ। ਜੇ ਤੁਹਾਡੇ ਏਰੀਆ 'ਚ ਓਪਰਚੁਨਿਟੀਜ਼ ਹੈਗੀਆਂ, ਤੁਸੀਂ ਨਹੀਂ ਜਾਓਗੇ ਨਾ ਬਾਹਰ, ਫਿਰ ਤੁਸੀਂ ਆਪਦੇ ਫੈਮਿਲੀ ਦੇ ਕੋਲ ਰਹੋਗੇ, ਤੁਹਾਡੇ ਫਰੈਂਡਸ ਜਿੱਥੇ ਤੁਸੀਂ ਜੰਮੇ ਪੱਲੇ ਉੱਥੇ ਹੀ ਰਹੋਗੇ, ਹੈ ਨਾ। ਸਾਰੇ ਆਪਦੀ ਮਿੱਟੀ ਨਾਲ ਜੁੜੇ ਹੁੰਦੇ। ਹੁਣ ਤੁਸੀਂ ਦੇਖੋ ਬਾਹਰ ਜਾਂਦੇ ਨੇ ਜਿਹੜੇ ਲੋਕ, ਉਹ ਫਿਰ ਵੀ ਇੱਥੇ ਜਾਂ ਤਾਂ ਕੋਈ ਘਰ ਲੈ ਲੈਂਦੇ ਹੈ ਜਾਂ ਆ ਕੇ ਕਹਿੰਦੇ ਮੇਰਾ ਪਿੰਡ ਹੈਗਾ, ਯੂ ਨੋ, ਤਗੜੀ ਕੋਠੀ ਪਾ ਲੈਂਦੇ। ਇਹ ਸਾਰਾ ਕਿਉਂ ਹੁੰਦਾ ਹੈ? ਉਹ ਤਾਂ ਰੂਟਸ ਦੀ ਗੱਲ ਹੋ ਗਈ ਨਾ, ਕਿ ਤੁਸੀਂ ਇੱਥੋਂ ਆਏ ਹੋ। ਹੁਣ ਮੈਂ ਜਦੋਂ ਪਿੰਡ ਜਾਂਦਾ ਜੀ, ਮੈਂ ਨਾ ਐਕਚੁਅਲੀ 4 ਮਹੀਨੇ ਪਿੰਡ ਲਾਏ ਸੀ ਹਰ ਸਾਲ, ਤੇ ਫਿਰ ਚੰਡੀਗੜ੍ਹ। ਹਾਂਜੀ, ਪੜ੍ਹਾਈ ਲਿਖਾਈ ਚੰਡੀਗੜ੍ਹ ਦੀ ਹੈ, ਪਰ ਮੈਂ ਪਿੰਡ ਵੀ 4 ਮਹੀਨੇ ਲਾਏ ਹੋਏ ਹੈ। ਸੋ ਜਦੋਂ ਮੈਂ ਪਿੰਡ ਜਾਂਦਾ, ਮੈਨੂੰ ਪਤਾ ਹੈ ਮੈਂ ਐਕਚੁਅਲੀ ਤਾਂ ਇੱਥੋਂ ਹੀ ਆ ਨਾ, ਹੈ ਨਾ। ਮੇਰੇ ਦਾਦਾ, ਮੇਰੇ ਪੜਦਾਦਾ ਹੈਗੇ ਤਾਂ ਇੱਥੋਂ ਹੀ। ਉਹ ਫੀਲਿੰਗ ਹੀ ਬਹੁਤ ਫਰਕ ਹੈ। ਸੋ ਉਹ ਓਬਵੀਅਸਲੀ ਉਹ ਰੂਟਲੈਸਨੈਸ ਹੁੰਦੀ ਹੈ ਥੋੜ੍ਹੀ ਜਿਹੀ, ਕਿ ਜੀ ਹੁਣ ਆਪਾਂ ਕਿਤੇ ਹੋਰ ਹੈਗੇ ਆ, ਉਹ ਹੁੰਦਾ ਹੈ। ਬਟ ਮੇਰਾ ਇਹ ਕੇਸ ਰਿਹਾ ਕਿ ਚਲੋ ਮੈਂ ਸ਼ਹਿਰ ਵਿੱਚ ਵੀ ਰਿਹਾ, ਬਟ ਕਾਫੀ ਲੋਕ ਨੇ ਜਿਹੜਾ ਪਿੰਡ ਤੋਂ ਸਿੱਧਾ ਬਾਹਰ ਜਾ ਰਹੇ, ਜਿਹੜੀ ਫਰਸਟ ਜਨਰੇਸ਼ਨ ਹੁੰਦੀ ਉਹਦੇ ਵਾਸਤੇ ਬਹੁਤ ਔਖਾ ਹੁੰਦਾ। ਸੋ ਅੱਜ ਕੱਲ੍ਹ ਤਾਂ ਇਹੀ ਹੋ ਰਿਹਾ ਕਿ +2 ਕੀਤੀ ਜਾਂ ਕੋਈ ਡਿਪਲੋਮਾ ਕਰਕੇ ਸਿੱਧਾ ਲੋਕ ਬਾਹਰ ਜਾ ਰਹੇ ਨੇ, ਹੈ ਨਾ। ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ? ਹਾਂਜੀ, ਐਕਚੁਅਲੀ ਜੀ ਬਾਹਰ ਕਿਉਂ ਜਾਂਦੇ ਆ? ਫॉर ਅ ਬੈਟਰ ਲਾਈਵਲੀਹੁੱਡ। ਨੌਕਰੀ ਹੈ ਨਹੀਂ ਇੱਥੇ, ਫਿਰ ਸਿਸਟਮਸ ਜ਼ਿਆਦਾ ਆਰਗੇਨਾਈਜ਼ ਨੇ, ਜਿੱਥੇ ਵੀ ਜਾਂਦੇ ਨੇ ਉਹ ਬਾਹਰ ਕਿਉਂ ਜਾਂਦੇ? ਕਿਉਂਕਿ ਸਿਸਟਮਸ ਆਰਗੇਨਾਈਜ਼ ਨੇ। ਠੀਕ ਹੈ ਜੀ, ਐਜੂਕੇਸ਼ਨ ਬੈਟਰ ਹੈਗੀ ਹੈ, ਉਸ ਕਰਕੇ ਬਾਹਰ ਜਾਂਦੇ ਨੇ। ਸੋ ਜੇ ਇੱਥੇ ਸਾਰਾ ਇੰਪਰੂਵ ਹੋ ਜੇ, ਐਜੂਕੇਸ਼ਨ, ਹੈਲਥ ਕੇਅਰ, ਹੈ, ਨੌਕਰੀਆਂ ਮਿਲਣ ਲੱਗ ਜਾਏ, ਤੇ ਪੰਜਾਬ ਕਿਉਂ ਨਹੀਂ ਬੈਟਰ ਹੋ ਸਕਦਾ? ਸੋ ਇੱਥੇ ਨਵੀਂ ਸਰਕਾਰ ਦਾ ਦਾਅਵਾ ਆਇਆ ਸੀਗਾ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ, ਇੱਥੇ ਹੀ ਪੰਜਾਬ ਦੇ ਵਿੱਚ ਨੌਕਰੀ ਦੇਵਾਂਗੇ। ਫਿਰ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਫਿਰ ਦੇਖੋ ਜੀ, ਮਤਲਬ ਜੇ ਉਹਨਾਂ ਦੀ ਥਾਟ ਹੈਗੀ ਹੈ ਕਿ ਉਹ ਐਕਚੁਅਲੀ ਕਰ ਸਕਦੇ ਕੁਛ ਇਹਦੇ ਬਾਰੇ, ਤਾਂ ਇਟ ਵਿਲ ਬੀ ਰੀਅਲੀ ਗੁੱਡ। ਜੇ ਉਹ ਲਿਆ ਸਕਦੇ ਨੇ ਇੰਡਸਟਰੀ, ਜੇ ਉਹ ਇੰਪਲੋਇਮੈਂਟ ਕਰ ਸਕਦੇ ਨੇ, ਤਾਂ ਇਟ ਵਿਲ ਬੀ ਅਮੇਜ਼ਿੰਗ। ਵੀ ਆਰ ਵੇਟਿੰਗ ਟੂ ਸੀ ਇਫ ਦੈਟ ਹੈਪਨਸ। ਆਈ ਐਮ ਹੋਪਿੰਗ ਦੈਟ ਹੈਪਨਸ। ਸੋ ਭਾਈ, ਤੁਸੀਂ ਗੱਲ ਕੀਤੀ ਹੈ ਸਰਕਾਰਾਂ ਦੀ ਗੱਲ ਕੀਤੀ, ਤੇ ਗੱਲ ਕੀਤੀ ਜਾਵੇ ਸਰਕਾਰਾਂ ਦੀ, ਦਾਅਵੇ ਵੀ ਕੀਤੇ ਜਾਂਦੇ ਨੇ ਜਿਹੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿ ਨੌਜਵਾਨਾਂ ਨੂੰ ਆਪਾਂ ਬਾਹਰ ਨਹੀਂ ਜਾਣ ਦੇਵਾਂਗੇ, ਇੱਥੇ ਹੀ ਨੌਕਰੀ ਦੇਵਾਂਗੇ ਪੰਜਾਬ ਦੇ ਵਿੱਚ। ਫਿਰ ਇਸ ਫੈਸਲੇ ਨੂੰ ਕਿਵੇਂ ਦੇਖਦੇ ਤੁਸੀਂ? ਫਿਰ ਦੇਖੋ ਜੀ, ਜੇ ਐਕਚੁਅਲੀ ਉਹ ਕਰ ਸਕਦੇ ਹੈ ਤਾਂ ਬਹੁਤ ਹੀ ਚੰਗੀ ਚੀਜ਼ ਹੋਊਗੀ,
ਕਿਉਂਕਿ ਅਸੀਂ ਫਿਲਮ 'ਚ ਇਹ ਹੀ ਤਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਬਾਹਰ ਜਾਂਦੇ ਨੇ ਕਿਉਂਕਿ ਓਪਰਚੁਨਿਟੀਜ਼ ਅਸੀਂ ਮੇਨ ਉਤਲੇ ਲੈਵਲ ਤੇ ਨਹੀਂ ਦਿਖਾਉਂਦੇ ਫਿਲਮ 'ਚ, ਅਸੀਂ ਪਿੱਛੇ ਦਿਖਾਉਂਦੇ ਹਾਂ ਕਿ ਆਇਆ ਕੈਰੈਕਟਰ ਕਿੱਥੋਂ ਹੈ ਤੇ ਉਹਦੇ ਪੇਰੈਂਟਸ ਕਹਿੰਦੇ ਆ ਇੱਥੇ ਤਾਂ ਕੁਝ ਕਰਨ ਨੂੰ ਹੈ ਨਹੀਂ, ਠੀਕ ਹੈ, ਉਹਦੇ ਚਾਚਾ ਜੀ ਕਹਿੰਦੇ ਤੂੰ ਜਾ, ਠੀਕ ਹੈ, ਕੰਮ ਕਰ, ਇੱਥੇ ਤਾਂ ਕੁਝ ਹੈ ਨਹੀਂ ਕੁਝ ਕਰਨ ਨੂੰ। ਤੇ ਕਿਉਂ ਹੈਗਾ? ਕਿਉਂਕਿ ਐਕਚੁਅਲੀ ਹਾਲਾਤ ਇਸ ਟਾਈਮ ਤੇ ਉਵੇਂ ਨੇ ਤੇ ਜੇ ਸਰਕਾਰ ਕਹਿ ਰਹੀ ਹੈ ਕਿ ਉਹ ਕੁਝ ਕਰਨਗੇ ਇਹਦੇ ਬਾਰੇ ਤੇ ਇੰਪਲੋਇਮੈਂਟ ਹੋਊਗੀ, ਠੀਕ ਹੈ, ਜੌਬਸ ਵਧਣਗੇ ਤੇ ਤਾਂ ਜੀ ਬਹੁਤ ਵਧੀਆ ਚੀਜ਼ ਹੋਊਗੀ। ਸੋ ਨਾਓ ਵੀਲ ਜਸਟ ਵੇਟ ਐਂਡ ਸੀ ਜੇ ਐਕਚੁਅਲੀ ਹੁੰਦਾ। ਆਈ ਹੋਪ ਇਟ ਹੈਪਨਸ। ਹਾਂਜੀ, ਇਹ ਤਾਂ ਚਲੋ ਦਾਵਾ ਕੀਤਾ ਗਿਆ ਆ, ਪਰ ਜੇ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਅਕਸਰ ਹੀ ਕਿਹਾ ਜਾਂਦਾ ਜਦੋਂ ਚੋਣਾਂ ਕੀਤੀਆਂ ਜਾਂਦੀਆਂ ਨੇ ਮੈਨੀਫੈਸਟੋ 'ਚ ਦਿੱਤਾ ਜਾਂਦਾ ਵੀ ਨੌਜਵਾਨ ਨੌਕਰੀ ਦਿੱਤੀ ਜਾਊਗੀਆਂ, ਪਰ ਇਹ ਅਜਿਹਾ ਨਹੀਂ ਹੁੰਦਾ। ਇਹ ਜੀ ਜਿਹੜਾ ਇਹ ਕੀਤਾ ਜਾਂਦਾ ਨਾ ਦੇਖਿਆ ਜਾਏ ਜੀ ਗਵਰਨਮੈਂਟ ਜੌਬਸ ਇੰਨੇ ਵੱਧ ਜਾਣਗੀਆਂ ਨਾਲ, ਬਟ ਇਹ ਬਹੁਤ ਹੀ ਜਿਹੜੀ ਪ੍ਰੋਬਲਮ ਹੈਗੀ ਉਹ ਬਹੁਤ ਹੀ ਡਿਫਰੈਂਟ ਪ੍ਰੋਬਲਮ ਹੈਗੀ ਹੈ। ਇਹ ਤਾਂ ਮਤਲਬ ਇਹ ਦਿਸ ਵਿਲ ਹੈਵ ਟੂ ਬੀ ਅ ਕੌਨਸ਼ੀਅਸ ਡਿਸੀਜਨ ਉਤਲੇ ਲੈਵਲ ਤੇ, ਠੀਕ ਹੈ, ਜਿਹੜਾ ਵੀ ਹੁਣ ਆਵੇ ਕਿ ਪੰਜਾਬ ਦੇ ਹਾਲਾਤ ਅਸੀਂ ਇੰਪਰੂਵ ਕਰਨੇ ਆ, ਸਾਨੂੰ ਇੰਪਲੋਇਮੈਂਟ ਬਾਰੇ ਬਹੁਤ ਸੋਚਣਾ ਚਾਹੀਦਾ ਹੈ। ਕਿਉਂਕਿ ਜੀ ਤੁਸੀਂ ਇੰਨੇ ਆਰਟੀਕਲਸ ਦੇਖ ਲਓ, ਇੰਨੇ ਆਰਟੀਕਲਸ ਤੁਸੀਂ ਗੂਗਲ ਤੇ ਸਰਚ ਮਾਰ ਲਓ, ਇੰਨੇ ਆਰਟੀਕਲਸ ਨੇ ਅਨਇੰਪਲੋਇਮੈਂਟ ਤੇ। ਕੁਛ ਤਾਂ ਰੀਜ਼ਨ ਹੋਊਗਾ ਨਾ ਕਿ ਇੰਨੇ ਆਰਟੀਕਲਸ ਨੇ, ਉਹ ਐਕਚੁਅਲੀ ਪ੍ਰੋਬਲਮ ਹੈਗੀ ਹੈ। ਤੇ ਹੁਣ ਕੋਈ ਆਰਗਿਊ ਕਰ ਸਕਦਾ ਹੈ, ਕਿਸੇ ਨਾਲ ਮੈਂ ਬੈਠਾ ਸੀ ਕਹਿੰਦਾ ਨਹੀਂ ਐ ਕਿਵੇਂ ਉਹ ਹੈਗਾ, ਪੰਜਾਬ ਤਾਂ ਵਧੀਆ ਪਿਆ ਤੇ ਇੰਨੇ ਸਟੇਟਸ ਖਰਾਬ ਨੇ, ਠੀਕ ਹੈ, ਪੰਜਾਬ ਤੋਂ, ਪਰ ਇੰਨੇ ਸਟੇਟਸ ਅੱਗੇ ਵੀ ਤਾਂ ਨੇ। ਤੁਸੀਂ ਜ਼ਰੂਰੀ ਵਿੱਚ ਵਿਚਾਲੇ ਰਹਿਣਾ, ਆਪਾਂ ਇੰਪਰੂਵ ਨਹੀਂ ਕਰ ਸਕਦੇ, ਆਪਾਂ ਟੌਪ ਦਾ ਸਟੇਟ ਨਹੀਂ ਹੋ ਸਕਦੇ ਹੈ। ਚੰਗੇ ਜਿਹੜੇ ਸਟੇਟਸ ਨੇ ਇੰਡੀਆ ਦੇ, ਉਹਨਾਂ ਚੋਂ ਜਿਹੜੇ ਇੰਪਲੋਇਮੈਂਟ ਨੂੰ ਲੈ ਕੇ, ਡਿਵੈਲਪਮੈਂਟ ਨੂੰ ਲੈ ਕੇ, ਹਾਂਜੀ, ਸਟੇਟ ਗ੍ਰੋਸ ਡੋਮੈਸਟਿਕ ਪ੍ਰੋਡਕਟ ਨੂੰ ਲੈ ਕੇ ਆਪਾਂ ਕਿਉਂ ਨਹੀਂ ਹੋ ਸਕਦੇ ਟੌਪ ਤੇ? ਸੋਨੇ ਦੀ ਚਿੜੀ ਕਿਹਾ ਜਾਂਦੀ ਪੰਜਾਬ ਨੂੰ। ਹਾਂਜੀ, ਤੇ ਆਪਾਂ ਕਿਉਂ ਨਹੀਂ ਹੋ ਸਕਦੇ ਫਿਰ? ਮਤਲਬ ਹਿੰਮਤ ਤਾਂ ਹੈਗੀ ਹੈ ਪੰਜਾਬੀਆਂ 'ਚ, ਤੇ ਬਸ ਡਾਇਰੈਕਸ਼ਨ ਦੀ ਲੋੜ ਹੈਗੀ ਹੈ ਤੇ ਓਪਰਚੁਨਿਟੀਜ਼ ਦੀ ਲੋੜ ਹੈਗੀ ਹੈ। ਤੇ ਇਹ ਕੌਨਸ਼ੀਅਸ ਡਿਸੀਜਨ ਲੈਣਾ ਪਊਗਾ ਜੀ ਫॉर द ਨੈਕਸਟ ਜਨਰੇਸ਼ਨ। ਇਹ ਇਕੱਲੇ ਤੁਹਾਡੀ ਮੇਰੀ ਜਾਂ ਜਿਹੜੀ ਹੁੰਦੀ ਜਨਰੇਸ਼ਨ ਦੀ ਗੱਲ ਨਹੀਂ ਹੈ, ਨੈਕਸਟ ਜਨਰੇਸ਼ਨ ਦੀ ਵੀ ਗੱਲ ਹੈਗੀ ਹੈ। ਹੁਣ ਜੇ ਸਾਰੇ ਬਾਹਰ ਚਲੇ ਜਾਣ ਤਾਂ ਫਿਰ ਪੰਜਾਬ ਕੀ ਰਹੂਗਾ? ਹਾਂਜੀ, ਸੋ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੀਤੀ ਜਾਵੇ, ਨਸ਼ਾ ਬਹੁਤ ਜ਼ਿਆਦਾ ਆ ਹਾਲਾਤਾਂ ਨੂੰ, ਵਿਹਲੇ ਬਹੁਤ ਲੋਕ ਨੇ ਜਿਹੜੇ ਨਸ਼ੇ ਵਿੱਚ, ਚਿੱਟੇ ਦਾ ਨਸ਼ਾ ਮੈਂ ਜ਼ਿਆਦਾ ਕਿਹਾ ਜਾਂਦਾ ਪੰਜਾਬ ਦੇ ਵਿੱਚ। ਫਿਰ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਹਾਲਾਤਾਂ ਦੇ ਫਿਲਮ ਦੇ ਵਿੱਚ ਇਹ ਚੀਜ਼ ਦਿਖਾਈ ਗਈ ਹੈ? ਨਹੀਂ ਜੀ, ਫਿਲਮ ਇਹਦੇ ਉੱਤੇ ਨਹੀਂ ਹੈਗੀ ਹੈ, ਪਰ ਫਿਲਮ ਡੀਲ ਕਰਦੀ ਹੈ ਜਿਹੜੀ ਰੂਟ ਪ੍ਰੋਬਲਮ ਹੈਗੀ ਹੈ, ਜਿਹੜੇ ਜਾਂਦੇ ਨਸ਼ੇ ਵੱਲ ਤੇ ਜਿਹੜੇ ਜੇ ਕੋਈ ਬਾਹਰ ਵੀ ਜਾਵੇ ਜਾਂ ਕੁਝ ਤਾਂ ਗੱਲ ਹੋਣੀ ਹੈ ਨਾ, ਉਹ ਗੱਲ ਹੈਗੀ ਹੈ ਤੁਸੀਂ ਆਪਦੇ ਟਾਈਮ ਨਾਲ ਕੀ ਕਰ ਰਹੇ ਹੋ। ਤੁਸੀਂ ਆਪਦੇ ਟਾਈਮ ਨਾਲ ਕੁਝ ਨਹੀਂ ਕਰ ਸਕਦੇ ਕਿਉਂਕਿ ਜੌਬਸ ਹੈ ਨਹੀਂ ਜੀ। ਜੇ ਤੁਹਾਡੇ ਕੋਲ ਡਾਇਰੈਕਸ਼ਨ ਹੈ ਤੇ ਤੁਸੀਂ ਆਪਦਾ ਟਾਈਮ ਕੰਸਟਰਕਟਿਵਲੀ ਯੂਜ਼ ਕਰ ਸਕਦੇ ਹੋ, ਹਾਂਜੀ, ਤਾਂ ਓਬਵੀਅਸਲੀ ਤੁਹਾਡੇ ਕੋਲ ਘੱਟ ਟਾਈਮ ਹੋਊਗਾ ਦੂਜੇ ਕੰਮ ਕਰਨ ਵਾਸਤੇ। ਪੰਜਾਬੀ ਦੇ ਵਿੱਚ ਕਹਾਵਤ ਵੀ ਬੇਲਾ ਘਰ ਸ਼ੈਤਾਨ ਦਾ ਹੁੰਦਾ ਆ। ਬਸ ਜੀ, ਬਸ ਉਹੀ ਗੱਲ ਹੈ। ਹਾਂਜੀ, ਸੋ ਤੁਹਾਡੀ ਗੱਲ ਕੀਤੀ ਜਾਵੇ ਫਿਲਮ ਦੇ ਵਿੱਚ, ਤੁਸੀਂ ਪੰਜਾਬ ਤੋਂ ਦਿੱਲੀ ਜਾਂਦੇ ਹੋ, ਹਾਂਜੀ, ਸੋ ਉੱਥੇ ਜਾ ਕੇ ਕੀ ਦਿੱਕਤ ਆਈਆਂ ਫਿਰ ਤੁਹਾਨੂੰ? ਫਿਰ ਜੀ ਇਹ ਹੁਣ ਆਪਦੇ ਰਿਸ਼ਤੇਦਾਰ ਦੀ ਸ਼ਾਪ 'ਚ ਕੰਮ ਕਰਦਾ ਹੈ, ਠੀਕ ਹੈ। ਹੁਣ ਇਹਦੇ ਜਿਹੜੇ ਰਿਸ਼ਤੇਦਾਰ ਨੇ ਉਹ ਪੂਰੇ ਦਿੱਲੀ ਵਾਲੇ ਨੇ। ਹੁਣ ਦਿੱਲੀ ਵੀ ਅੱਡ-ਅੱਡ ਕਿਸਮ ਦਾ ਦਿੱਲੀ ਹੈ, ਦਿੱਲੀ ਕਿਹੜਾ ਇੱਕ ਹੈਗਾ, ਠੀਕ ਹੈ। ਇੱਕ ਤਾਂ ਜਮਾ ਸੈਂਟਰਲ ਦਿੱਲੀ ਹੋ ਗਿਆ, ਇਹ ਜਾੜਿਆ ਜਮਾ ਮਤਲਬ ਚਾਵੜੀ ਬਾਜ਼ਾਰ ਜਿਵੇਂ, ਠੀਕ ਹੈ, ਮਤਲਬ ਛੋਟੀ ਛੋਟੀ ਗਲੀਆਂ, ਬੰਦੇ ਉੱਤੇ ਬੰਦਾ ਚੜੀ ਜਾਂਦਾ ਹੈ, ਠੀਕ ਹੈ, ਤਾਰਾਂ, ਮਤਲਬ ਉੱਥੇ ਰਹਿਣ ਸਹਿਣ ਦਾ ਹਾਲ ਖਰਾਬ। ਉੱਤੋਂ ਜੀ ਇਹਦਾ ਬੌਸ ਹੈਗਾ ਤਾਂ ਰਿਸ਼ਤੇਦਾਰ, ਪਰ ਇਹਨੂੰ ਦੱਬਣ ਦੀ ਕੋਸ਼ਿਸ਼ ਕਰਦਾ ਸਾਰਾ ਟਾਈਮ, ਠੀਕ ਹੈ। ਉਹ ਬਿਜ਼ਨਸਮੈਨ ਹੈ, ਆਪਦੀ ਬਿਜ਼ਨਸ ਚਲਾ ਰਿਹਾ, ਪਰ ਉਹਦੇ 'ਚ ਫਲੋ ਇਹ ਗਲਤ ਇਹ ਕਰਦਾ ਹੈ, ਉਹਨੂੰ ਦੱਬਦਾ ਤੇ ਇਹਨੂੰ ਨਾ ਗਾਲਾਂ ਬਹੁਤ ਕੱਢਦਾ। ਹੁਣ ਪੰਜਾਬੀ ਗਾਲ ਲੈਂਦਾ ਨਹੀਂ, ਹਨਾ। ਪੰਜਾਬੀ ਉਦੋਂ ਹੀ ਗਾਲ ਕੱਢੂਗਾ ਜੇ ਪੰਜਾਬੀ ਬਹੁਤ ਗੁੱਸੇ ਹੋਵੇ ਜਾਂ ਕੋਈ ਗੱਲ ਹੋਵੇ। ਐ ਨਹੀਂ ਕੋਈ ਗਾਲ ਕੱਢ ਦਿੰਦਾ, ਆਪਾਂ ਤਾਂ ਗੁੱਸੇ, ਕੋਈ ਲੈਂਦਾ ਹੀ ਨਹੀਂ ਪੰਜਾਬੀ ਗਾਲ, ਹਨਾ। ਗਾਲ ਤਾਂ ਕੱਢ ਹੀ ਨਹੀਂ ਸਕਦੇ ਤੁਸੀਂ ਕਿਸੇ ਨੂੰ ਬਿਨਾਂ ਗੱਲ ਤੋਂ, ਐ ਹੁੰਦਾ ਹੀ ਨਹੀਂ। ਇਹ ਹੁਣ ਜਿਵੇਂ ਦਿੱਲੀ ਹੈਗਾ, ਕੋਈ ਏਰੀਆਜ਼ ਨੇ ਦਿੱਲੀ ਜਿਵੇਂ ਲੋਕ ਗਾਲਾਂ ਉਹੀ ਕੱਢਦੇ ਰਹਿੰਦੇ ਆ, ਉਹ ਮਤਲਬ ਕਨਵਰਸੇਸ਼ਨ ਦੇ ਵਿੱਚ ਹੀ ਗਾਲ ਕੱਢਦੇ ਰਹਿੰਦੇ ਆ। ਇਹ ਜਿਹੜਾ ਕੈਰੈਕਟਰ ਉਹ ਵੀ ਲੱਗਿਆ ਹੀ ਰਹਿੰਦਾ, ਪਰ ਪੰਜਾਬੀ ਨਹੀਂ ਲੈ ਸਕਦਾ। ਤਾਂ ਇਸ ਫਿਲਮ 'ਚ ਉਹ ਵੀ ਹੁੰਦਾ। ਹੁਣ ਜਿਹੜਾ ਅਮਨਪ੍ਰੀਤ ਹੁੰਦਾ, ਇੱਕ ਪੁਆਇੰਟ ਆਉਂਦਾ ਜਦੋਂ ਉਹਦੇ ਵਾਸਤੇ ਬਹੁਤ ਜ਼ਿਆਦਾ ਹੋ ਜਾਂਦਾ, ਆਟੋ ਵਾਲਾ ਸੀਨ ਵੀ ਆਉਂਦਾ ਇੱਕ, ਹਾਂ, ਉਹਦੇ ਵਾਸਤੇ ਬਹੁਤ ਜ਼ਿਆਦਾ ਹੋ ਜਾਂਦਾ ਤੇ ਅਮਨਪ੍ਰੀਤ ਤੋਂ ਲਿਆ ਨਹੀਂ ਜਾਂਦਾ ਇਹ ਸਾਰਾ। ਤੇ ਫਿਰ ਤੁਸੀਂ ਦੇਖਦੇ ਹੋ ਕਿਵੇਂ ਡੀਲ ਕਰਦਾ ਫਿਲਮ 'ਚ ਇਸ ਚੀਜ਼ ਨਾਲ ਵੀ। ਸੋ ਗੱਲ ਕੀਤੀ ਜਾਵੇ ਦਿੱਕਤਾਂ ਦੀ, ਹਨਾ, ਲੋਕ ਡਿਪਰੈਸ਼ਨ ਦੇ ਵਿੱਚ ਵੀ ਚਲੇ ਜਾਂਦੇ ਆ, ਜੇਕਰ ਕੰਮ ਨਹੀਂ ਮਿਲਦਾ ਤਾਂ ਖੁਦਕੁਸ਼ੀਆਂ ਵੀ ਕਰਦੇ ਨੇ, ਹਨਾ। ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਅੱਜ ਕੱਲ੍ਹ ਜੀ ਲੋਕ ਮੈਂਟਲ ਹੈਲਥ ਦੀ ਗੱਲ ਕਰਦੇ,
ਅੱਧੀ ਪ੍ਰੋਬਲਮ ਤਾਂ ਜੀ ਮੈਂਟਲ ਹੈਲਥ ਕਾਫੀ ਇੱਕ ਵੱਡੀ ਪ੍ਰੋਬਲਮ ਲੋਨਲੀਨੈਸ ਦੀ ਹੈਗੀ ਹੈ। ਠੀਕ ਹੈ ਜੀ, ਤੁਸੀਂ ਵੱਡੇ ਸ਼ਹਿਰ ਚਲੇ ਗਏ ਜੀ, ਫਰੈਂਡਸ ਹੈ ਨਹੀਂ, ਫੈਮਿਲੀ ਹੈ ਨਹੀਂ, ਤੁਸੀਂ ਸੋਚੀ ਜਾਂਦੇ ਹੋ। ਠੀਕ ਹੈ, ਚਲੋ ਕੰਮ ਕਰਕੇ ਵਾਪਸ ਵੀ ਆ ਗਏ, ਕੁਝ ਕਰਨ ਨੂੰ ਹੈ ਨਹੀਂ। ਠੀਕ ਹੈ, ਕਮਿਊਨਿਟੀ ਬਹੁਤ ਜ਼ਰੂਰੀ ਹੈ। ਕਮਿਊਨਿਟੀ ਹੁਣ ਜਿਹੜੀ ਪੰਜਾਬੀ ਕਮਿਊਨਿਟੀ ਕਿਉਂ ਸਟਰੋਂਗ ਹੈ, ਆਪਾਂ ਨੂੰ ਚੰਗਾ ਲੱਗਦਾ ਹੈ। ਠੀਕ ਹੈ, ਇਕੱਠੇ ਰਹਿਣਾ ਇਹ ਸਾਰਾ, ਤੇ ਉੱਤੋਂ ਜੇ ਤੁਸੀਂ ਇਕੱਲੇ ਹੈਗੇ ਹੋ ਤਾਂ ਬਹੁਤ ਔਖਾ ਹੋ ਜਾਂਦਾ ਨਾ ਫਿਰ। ਉਸ ਕਰਕੇ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ। ਤੇ ਇਹ ਮੈਸੇਜ ਵੀ ਹੈ ਕਿ ਜੇ ਤੁਸੀਂ ਕਿਤੇ ਬਾਹਰ ਜਾਂਦੇ ਹੋ, ਥੋੜ੍ਹੀ ਜਿਹੀ ਕਮਿਊਨਿਟੀ ਬਿਲਡ ਕਰੋ, ਬਹੁਤ ਜ਼ਰੂਰੀ ਹੈ। ਕਿਉਂਕਿ ਇਕੱਲਾ ਪੈਸਾ ਤੁਹਾਨੂੰ ਹੈਪੀਨੈਸ ਨਹੀਂ ਦੇਊਗਾ, ਕੰਟੈਂਟਮੈਂਟ ਜਿਹਨੂੰ ਆਪਾਂ ਕਹਿੰਦੇ ਨਹੀਂ ਮਿਲਦੀ। ਤੁਹਾਨੂੰ ਕਮਿਊਨਿਟੀ ਫਰੈਂਡਸ ਹੋਣੇ ਚਾਹੀਦੇ ਨੇ। ਠੀਕ ਹੈ, ਫॉर ਅ ਬੈਟਰ ਲਾਈਫ। ਮੈਂ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਬਾਹਰ ਜਾਣ ਤੋਂ, ਹੈ ਨਾ। ਜੇ ਤੁਹਾਨੂੰ ਚੰਗਾ ਲੱਗਦਾ ਬਾਹਰ ਜਾਣਾ, ਬਹੁਤ ਵਧੀਆ ਗੱਲ ਹੈ। ਠੀਕ ਹੈ, ਪਰ ਜੇ ਤੁਸੀਂ ਧੱਕੇ ਨਾਲ ਜਾ ਵੀ ਰਹੇ ਹੋ, ਇਹ ਇੱਕ ਚੀਜ਼ ਹੈ ਕਿ ਆਪਦੀ ਕਮਿਊਨਿਟੀ ਬਾਰੇ ਥੋੜ੍ਹਾ ਜਿਹਾ ਦੇਖਣਾ ਪਊਗਾ ਕਿ ਕਮਿਊਨਿਟੀ ਬਿਲਡ ਕਰਨਾ। ਸੋ ਹੁਣ ਇਹਦਾ ਫਿਲਮਾਂ ਬਾਰੇ ਆਪਾਂ ਗੱਲ ਕਰ ਲਈ। ਚਲੋ ਹੁਣ ਆਪਾਂ ਸੈੱਟ ਤੇ ਆ ਜਾਂਦੇ ਹਾਂ ਵੀ ਸੈੱਟ ਤੇ ਕਿਹੜੇ ਇਹੋ ਜਿਹੇ ਪਲ ਸੀਗੇ ਜਿਹੜੇ ਤੁਸੀਂ ਹੁਣ ਵੀ ਦੇਖ ਕੇ ਖੁਸ਼ ਹੁੰਦੇ ਹੋ ਕਿ ਇਹ ਚੀਜ਼ ਬੜੀ ਸੋਹਣੀ ਹੋਈ ਹੈ? ਦੇਖੋ ਜੀ, ਜਿਹੜੀ ਪੰਜਾਬ ਵਾਲੀ ਜਿਹੜੀ ਸ਼ੂਟ ਸੀ, ਉਹ ਤਾਂ ਉਹਦੇ 'ਚ ਤਾਂ ਬਹੁਤ ਮਜ਼ਾ ਆਇਆ। ਉਹ ਨਵੰਬਰ ਦਾ ਮਹੀਨਾ ਸੀ। ਠੀਕ ਹੈ ਜੀ, ਵਧੀਆ ਮਤਲਬ ਮੌਸਮ ਵੀ ਵਧੀਆ ਹੁੰਦਾ ਉਸ ਟਾਈਮ 'ਤੇ। ਹਾਂਜੀ ਹਾਂਜੀ, ਅਤੇ ਵਧੀਆ ਮੌਸਮ ਸੀ। ਅਤੇ ਪੰਜਾਬ ਵਾਲੀ ਸ਼ੂਟ ਤਾਂ ਮਤਲਬ ਬਹੁਤ ਵਧੀਆ ਨਿਕਲੀ। ਅਤੇ ਦਿੱਲੀ ਅਸੀਂ ਸ਼ੂਟ ਕੀਤਾ ਜੀ ਜਨਵਰੀ 'ਚ। ਉਦੋਂ ਤਾਂ ਜੀ ਉਹ ਬਹੁਤ ਠੰਡ ਹੁੰਦੀ ਹੈ। ਸੋ ਬਹੁਤ ਹੀ ਅੱਡ ਕਿਸਮ ਦੀ ਸ਼ੂਟ ਸੀ। ਪਰ ਬਹੁਤ ਇਹੋ ਜਿਹੇ ਫਨੀ ਇੰਸਟੈਂਸਿਸ ਵੀ ਹੋਏ ਨੇ। ਹੁਣ ਜਿਵੇਂ ਪੰਜਾਬ ਦਾ ਜਿਹੜਾ ਲਾਸਟ ਡੇ ਸੀਗਾ ਸ਼ੂਟ ਦਾ, ਅਸੀਂ ਜੀ ਸ਼ੂਟ ਕਰ ਰਹੇ ਹਾਂ, ਰਾਤ ਹੋ ਗਈ ਜੀ। ਹੁਣ ਇੱਕ ਪਰਟੀਕੂਲਰ ਸ਼ਾਟ ਲੈ ਰਹੇ ਹਾਂ, ਅਤੇ ਮੈਂ ਵੇਟ ਕਰ ਰਿਹਾ ਸੀ, ਮੇਰਾ ਸੀਨ ਅੱਗੇ ਹੋਣਾ ਸੀ। ਠੀਕ ਹੈ, ਅਤੇ ਐਕਟਰਸ ਦਾ ਸੀਨ ਚੱਲ ਰਿਹਾ ਸੀ, ਅਤੇ ਮੈਨੂੰ ਸੈੱਟ 'ਤੇ ਬੁਲਾ ਲਿਆ ਸਵੇਰੇ 3:30-4 ਵਜੇ। ਠੀਕ ਹੈ, ਹੁਣ ਹੋ ਗਿਆ ਸਾਨੂੰ ਕੋਈ 20 ਘੰਟੇ ਸ਼ੂਟ ਕਰਦੇ ਹੋ ਗਏ। ਅਤੇ ਮੈਂ ਗਿਆ ਸੈੱਟ 'ਤੇ, ਅੱਧੇ ਤਾਂ ਖੜੇ ਸੁੱਤੇ ਪਏ। ਉਹਨਾਂ ਨੂੰ ਇੰਨੀ ਨੀਂਦ ਆ ਰਹੀ ਸੀ, ਅੱਧੇ ਖੜੇ ਸੁੱਤੇ ਪਏ ਹੈ। ਮੋਨੀਟਰ ਦੇ ਸਾਹਮਣੇ ਬੰਦਾ ਸੁੱਤਾ ਪਿਆ। ਮਤਲਬ ਓਬਵੀਅਸਲੀ ਉਹ ਬਹੁਤ ਫਨੀ ਸੀਗਾ ਮੇਰੇ ਵਾਸਤੇ। ਸੋ ਦੈਨ ਇਵੈਂਚੁਅਲੀ ਅਸੀਂ ਸ਼ੂਟ ਰੋਕੀ, ਅਤੇ ਫਿਰ ਅਗਲੇ ਦਿਨ ਆ ਕੇ ਫਿਰ ਉਹੀ ਸੀਨ ਉੱਥੋਂ ਫਿਰ ਕੰਟੀਨਿਊ ਕੀਤਾ। ਸੋ ਇਹੋ ਜਿਹੇ ਬਹੁਤ ਫਨੀ ਇੰਸਟੈਂਸਿਸ ਸੀਗੇ। ਹਾਂਜੀ। ਸੋ ਦਿੱਲੀ ਦੀ ਗੱਲ ਕੀਤੀ ਜਾਵੇ, ਟ੍ਰੈਫਿਕ ਦੀ ਗੱਲ ਕੀਤੀ ਜਾਵੇ, ਟ੍ਰੈਫਿਕ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ, ਉੱਥੇ ਨਹੀਂ ਫਸੇ ਪਏ ਟ੍ਰੈਫਿਕ ਦੇ ਵਿੱਚ ਫਿਰ? ਜੀ ਜੇ ਤੁਸੀਂ ਦੇਖੋ ਨਾ, ਜਿੱਥੇ ਸ਼ੂਟ ਕੀਤੀ ਗਈ ਹੈ ਫਿਲਮ, ਉਹ ਤਾਂ ਫਸਣਾ ਨਹੀਂ, ਉਹ ਤਾਂ ਤੁਸੀਂ ਮਤਲਬ ਗੁੰਮ ਹੀ ਹੋ ਜਾਂਦੇ ਹੋ ਉਸ ਟ੍ਰੈਫਿਕ ਵਿੱਚ। ਉਹ ਦੇਖਣ ਵਾਲੇ ਹੈ ਜੀ। ਉਹ ਜਿਹੜੇ ਸ਼ਾਰਟਸ ਹੈਗੇ ਨਾ, ਉਹ ਜਿਹੜਾ ਦਿੱਲੀ ਦਿਖਾਇਆ ਗਿਆ ਹੈ ਫਿਲਮਾਂ 'ਚ, ਇਹ ਦਿੱਲੀ ਘੱਟ ਹੀ ਦਿਖਾਇਆ ਜਾਂਦਾ ਹੈ, ਪਰ ਇਹ ਵੀ ਦਿੱਲੀ ਐਗਜ਼ਿਸਟ ਕਰਦਾ ਹੈ। ਸੋ ਇਹ ਜਿਵੇਂ ਇਹ ਜਿਹੜਾ ਦਿੱਲੀ ਦਿਖਾਇਆ, ਇਹ ਬਹੁਤ ਹੀ ਇੰਟਰਸਟਿੰਗ ਹੈਗਾ। ਅਤੇ ਇਹ ਦਿੱਲੀ ਡਾਰਕਰ ਦਿੱਲੀ ਦੀ ਜਿਹੜਾ ਹੈ, ਠੀਕ ਹੈ, ਉਹਦੀ ਗੱਲ ਕਰਦਾ ਹੈ। ਕਿਉਂਕਿ ਇਹ ਜਿਵੇਂ ਫਿਲਮ ਵੀ ਡਾਰਕ ਹੋ ਜਾਂਦੀ ਹੈ ਨਾ ਥੋੜ੍ਹੀ ਜਿਹੀ, ਉਹ ਦਿੱਲੀ ਵੀ ਉਵੇਂ ਥੋੜ੍ਹਾ ਜਿਹਾ ਡਾਰਕ ਹੈਗਾ। ਠੀਕ ਹੈ, ਮਤਲਬ ਈਜ਼ੀ ਨਹੀਂ ਹੈ। ਹਾਂਜੀ, ਮਤਲਬ ਇੱਕ ਤਾਂ ਹੋ ਗਿਆ ਨਾ ਕਿ ਜੀ ਤੁਹਾਡੀ ਲਾਈਫ ਈਜ਼ੀ ਹੈ, ਉਹ ਈਜ਼ੀ ਨਹੀਂ ਹੈ ਉਹ ਵਾਲਾ ਦਿੱਲੀ। ਹਾਂਜੀ। ਸੋ ਰੀਅਲ ਲਾਈਫ ਤੇ ਫਿਲਮ ਲਾਈਫ ਦੇ ਵਿੱਚ ਕਿੰਨਾ ਕੁ ਡਿਫਰੈਂਟ ਆ? ਕੌਣ? ਅਮਨਪ੍ਰੀਤ ਕੇ ਤੁਹਾਡਾ ਕਿਰਦਾਰ ਦੇ ਵਿੱਚ, ਕਿਰਦਾਰ ਦੀ ਗੱਲ ਕੀਤੀ ਜਾਵੇ, ਤੁਹਾਡੇ ਆਦੇਸ਼ ਦੀ ਗੱਲ ਕੀਤੀ ਜਾਵੇ, ਆਦੇਸ਼ ਸਿੱਧੂ ਰੀਅਲ ਲਾਈਫ ਦੇ ਵਿੱਚ ਕਿਵੇਂ ਹੈ, ਤੇ ਫਿਲਮ ਦੇ ਵਿੱਚ ਜਦੋਂ ਕਰੈਕਟਰ ਬਣਦੇ ਨੇ ਤਾਂ ਉਹ ਸਮਾਂ ਕਿਵੇਂ ਦਾ ਸੀਗਾ? ਦੇਖੋ ਜੀ, ਮੈਂ 2-3 ਚੀਜ਼ਾਂ ਨੇ। ਇੱਕ ਤਾਂ ਮੈਂ ਪ੍ਰੋਡਿਊਸਰ ਵੀ ਹੈਗਾ ਇਸ ਫਿਲਮ ਦਾ। ਪ੍ਰੋਡਿਊਸਰ ਵੀ ਬਹੁਤ ਹੀ ਇੰਟਰਸਟਿੰਗ ਤਰੀਕੇ ਨਾਲ ਹੋਇਆ। ਸਰ ਆਏ 2013 'ਚ, ਸ਼ਾਰਟ ਫਿਲਮ ਦੀ ਰਿਸਰਚ ਕਰ ਰਹੇ ਸੀ। ਉਹਨਾਂ ਨੇ ਕਿਹਾ ਪੰਜਾਬ ਵਿਖਾ। ਮੈਂ ਆਪਦਾ ਪੁਆਇੰਟ ਆਫ ਵਿਊ ਦਿੱਤਾ ਕਿ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ 'ਚ ਤਾਂ ਜੀ ਇਹ ਹੋ ਰਿਹਾ ਇਸ ਟਾਈਮ 'ਤੇ। ਫਿਰ ਉਹ ਐਕਚੁਅਲੀ ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਨੂੰ ਮਿਲੇ। ਠੀਕ ਹੈ, ਉਹਨਾਂ ਦੀ ਕਹਾਣੀਆਂ ਸੁਣੀਆਂ। ਠੀਕ ਹੈ, ਤੇ ਕੁਝ ਕੈਰੈਕਟਰਸ ਨੇ ਐਕਚੁਅਲੀ ਲੂਜ਼ਲੀ ਬੇਸਡ ਨੇ ਔਨ ਰੀਅਲ ਕੈਰੈਕਟਰਸ ਪਿੰਡ ਦੇ। ਹਾਂਜੀ। ਸੋ ਇੱਕ ਤਾਂ ਉਹ ਗੱਲ ਸੀਗੀ। ਤੇ ਫਿਰ ਮਤਲਬ 2016 ਵਿੱਚ ਸਰ ਕੋਲ ਸਕ੍ਰਿਪਟ ਤਿਆਰ ਸੀਗੀ। ਮਤਲਬ ਉਹ ਕਹਿੰਦੇ ਤੂੰ ਇੱਕ ਕੰਮ ਕਰਨਾ ਹੈ ਇਸ ਫਿਲਮ 'ਚ। ਤੇ ਮੈਂ ਕਿਹਾ ਥੈਂਕ ਯੂ ਜੀ। ਤੇ ਉਹਨਾਂ ਨੇ ਕਿਹਾ ਫਿਰ ਮੈਂ ਪ੍ਰੋਡਿਊਸਰ ਲੱਭਦਾ। ਉਹਨਾਂ ਨੇ ਕੋਸ਼ਿਸ਼ ਕੀਤੀ ਪ੍ਰੋਡਿਊਸਰ ਲੱਭਣ ਦੀ, ਪਰ ਜਿਵੇਂ ਇੱਕ ਪ੍ਰੋਡਿਊਸਰ ਨੇ ਕਹਿਤਾ ਨਹੀਂ ਜੀ ਤੁਸੀਂ ਫਿਰ ਸਾਡੀਆਂ ਹੋਰ 2 ਫਿਲਮਾਂ ਕਰਨੀਆਂ ਨੇ। ਸਰ ਨੇ ਕਿਹਾ ਨਹੀਂ, ਇਹ ਫਿਲਮ ਤਾਂ ਮੈਂ ਐਂ ਹੀ ਬਣਾਉਣੀ ਹੈ ਜਿਵੇਂ ਮੈਂ ਬਣਾਉਣੀ ਹੈ। ਤੇ ਫਿਰ ਅਸੀਂ ਕਿਹਾ ਚਲੋ ਬਣਾ ਦਿੰਦੇ ਹਾਂ, ਬੇਸ਼ੱਕ ਕੁਛ ਵੀ ਹੋ ਜਾਏ, ਫਿਲਮ ਬਣਾਉਂਦੇ ਹਾਂ। ਠੀਕ ਹੈ, ਹੁਣ ਜਦੋਂ ਮੈਂ ਪ੍ਰੋਡਿਊਸਰ ਬਣ ਗਿਆ ਇਸ ਫਿਲਮ ਦਾ, ਹੁਣ ਸੈੱਟ 'ਤੇ ਜੀ ਇਹ ਕੈਰੈਕਟਰ ਜਮਾਂ ਓਪੋਜ਼ਿਟ ਹੈਗਾ। ਇੱਕ ਪਾਸੇ ਮੈਂ ਪ੍ਰੋਡਿਊਸ ਕਰ ਰਿਹਾ ਫਿਲਮ, ਤੇ ਉੱਤੋਂ ਇਹ ਦੁਖੀ ਕੈਰੈਕਟਰ। ਠੀਕ ਹੈ, ਹਰ ਚੀਜ਼ ਨਾਲ।
तो दिन ਦੇ ਟਾਈਮ ਜੇ ਦਿਨ ਦੀ ਸ਼ੂਟ ਹੈ ਮਤਲਬ ਦਿਨ ਦੇ ਟਾਈਮ ਦੁਖੀ ਤੇ ਫਿਰ ਰਾਤ ਨੂੰ ਸਾਰਾ ਕੰਮ ਸੰਭਾਲਣਾ ਤੇ ਫਿਰ ਇਹ ਸਾਰਾ ਚੱਲ ਰਿਹਾ ਸੀ ਉਹ ਕੈਰੈਕਟਰ ਇੱਕ ਪ੍ਰੋਡਿਊਸਰ ਦਾ ਕੈਰੈਕਟਰ ਤੇ ਇੱਕ ਅਮਨਪ੍ਰੀਤ ਦਾ ਕੈਰੈਕਟਰ ਦਿੱਕਤਾਂ ਕਿਹੜੀਆਂ ਆਈਆਂ ਫਿਰ ਇੱਥੇ ਵੀਰੇ? ਜੀ ਦਿੱਕਤਾਂ ਤਾਂ ਇਹ ਸੀ ਜੀ, ਸਭ ਤੋਂ ਵੱਡੀ ਦਿੱਕਤ ਇਹ ਸੀ ਕਿ 2020 ਤੋਂ ਅਸੀਂ ਹੁਣ 2022 ਹੋ ਗਿਆ, 2 ਸਾਲ ਵੇਟ ਕਰਨਾ ਪਿਆ ਸਾਨੂੰ। ਇਹ ਸਭ ਤੋਂ ਵੱਡੀ ਦਿੱਕਤ ਸੀ। ਫਿਰ ਟੀਮ ਇਕੱਠੀ ਕਰਨੀ, ਠੀਕ ਹੈ, ਤੇ ਫਿਰ ਅਸੀਂ ਫੈਸਟੀਵਲਸ ਵਿੱਚ ਭੇਜੀ ਫਿਲਮ, ਠੀਕ ਹੈ, ਉਹ ਚਲੋ ਰਿਸਪੌਂਸ ਚੰਗਾ ਆ ਗਿਆ, ਠੀਕ ਹੈ ਜੀ। ਪਰ ਫਿਰ ਫਿਲਮ ਰਿਲੀਜ਼ ਕਰਨੀ, ਠੀਕ ਹੈ, ਹੁਣ ਇਵੈਂਚੁਅਲੀ ਆਨਲਾਈਨ ਵੀ ਆਊਗੀ ਜੀ ਫਿਲਮ। ਸੋ ਉਹ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ ਸੀ ਕਿਉਂਕਿ ਇਹਦੇ 'ਚ ਨਾ ਤਾਂ ਕੋਈ ਫੇਸ ਹੈਗਾ ਹੈ ਨਾ। ਪਰ ਸਰ ਨੇ ਫਿਲਮ ਐਂ ਹੀ ਬਣਾਉਣੀ ਸੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇ ਅਸੀਂ ਸਟਾਰ ਲੈ ਲਏ ਨਾ, ਉਹ ਜਿਹੜੇ ਮੁੱਦੇ ਨੇ ਫਿਲਮ ਦੇ ਸਟਾਰ ਓਵਰਸ਼ੈਡੋ ਕਰ ਦੂ। ਅਸੀਂ ਫਿਲਮ ਦੇ ਕੰਟੈਂਟ ਤੇ ਜ਼ੋਰ ਰੱਖਣਾ ਹੈ। ਉਹਨਾਂ ਨੇ ਕਾਸਟਿੰਗ ਉਵੇਂ ਹੀ ਕੀਤੀ ਫਿਰ। ਸੋ ਓਬਵੀਅਸਲੀ ਜਦੋਂ ਤੁਸੀਂ ਕਾਸਟਿੰਗ ਉਵੇਂ ਕਰੋ ਤੇ ਮਤਲਬ ਪੈਸ਼ਨ ਪ੍ਰੋਜੈਕਟ ਹੋ ਜੇ ਤਾਂ ਦਿੱਕਤਾਂ ਤਾਂ ਥੋੜ੍ਹੀਆਂ ਜਿਹੀਆਂ ਆਉਂਦੀਆਂ ਹੀ ਆਉਂਦੀਆਂ, ਪਰ ਫਿਰ ਤੁਸੀਂ ਕੰਮ ਤਾਂ ਨਹੀਂ ਰੋਕ ਸਕਦੇ ਨਾ, ਤਾਂ ਕੰਮ ਤਾਂ ਅਸੀਂ ਕਰਨਾ ਹੀ ਸੀ ਜੀ। ਸੋ ਗੱਲ ਕੀਤੀ ਸਿੱਧੂ ਮੂਸੇਵਾਲੇ ਦੀ, ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਕਿਵੇਂ ਸੋਚਦੇ ਹੋ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ? ਦੇਖੋ ਜੀ, ਗੱਲ ਤਾਂ ਉੱਥੇ ਹੀ ਆ ਗਈ ਹੈ ਕਿ ਆਪਾਂ ਨੂੰ ਪੰਜਾਬ ਦੇ ਹਾਲਾਤ ਇੰਪਰੂਵ ਕਰਨੇ ਪੈਣਗੇ। ਇੱਕ ਚੀਜ਼ ਨਹੀਂ ਹੈ ਜੀ, ਕਾਫੀ ਚੀਜ਼ਾਂ ਹੈਗੀਆਂ। ਪੰਜਾਬ ਦੇ ਹਾਲਾਤ ਇੰਪਰੂਵ ਕਰਨੇ ਪੈਣਗੇ। ਹੁਣ ਇੰਨਾ ਟੈਲੈਂਟਡ ਸਿੰਗਰ 28 ਸਾਲ ਦਾ, ਇਹ ਕੋਈ ਉਮਰ ਹੈ ਜੀ ਜਾਣਦੇ? ਕੱਲਾ ਮੁੰਡਾ ਸੀ, ਕੱਲਾ ਬੱਚਾ ਸੀਗਾ, ਠੀਕ ਹੈ। ਉਹ ਫੈਮਿਲੀ ਦਾ ਤਾਂ ਕੁਝ ਨਹੀਂ ਰਿਹਾ ਨਾ ਹੁਣ, ਠੀਕ ਹੈ। ਐਂਡ ਤੁਸੀਂ ਦੇਖੋ ਇੰਟਰਨੈਸ਼ਨਲ ਆਰਟਿਸਟ ਹੈਗਾ ਸੀਗਾ ਸਿੱਧੂ ਮੂਸੇਵਾਲਾ, ਤੇ ਹੁਣ ਮਤਲਬ ਤੁਸੀਂ ਦੇਖ ਹੀ ਰਿਹਾ ਕੀ ਰਿਸਪੌਂਸ ਆ ਰਿਹਾ ਦੁਨੀਆ ਦੇ ਹਰ ਥਾਂ ਤੋਂ। ਤੁਹਾਨੂੰ ਪਤਾ ਹੀ ਹੈ ਰਿਸਪੌਂਸ ਕੀ ਆ ਰਿਹਾ ਹੈ ਕਿ ਮਤਲਬ ਮੁੰਡੇ ਲੈ ਲਓ, ਕੁੜੀਆਂ ਲੈ ਲਓ, ਯੰਗ ਓਲਡ, ਅੱਡ ਕਮਿਊਨਿਟੀਜ਼ ਤੋਂ, ਅੱਡ ਤੁਸੀਂ ਇਹ ਵੀ ਦੇਖੋ ਅੱਡ ਕੰਟਰੀਜ਼ ਤੋਂ ਜਿਹੜੇ ਜੁੜੇ ਵੀ ਨਹੀਂ ਹੋਏ ਲੋਕ, ਉਹਨਾਂ ਦਾ ਵੀ ਕੀ ਰਿਸਪੌਂਸ ਆ ਰਿਹਾ। ਦੇਖੋ ਜੀ, ਮੈਨੂੰ ਇਹ ਨਹੀਂ ਪਤਾ ਕਿ ਕਿਉਂ ਹੋਇਆ। ਮੈਂ ਤਾਂ ਇਹ ਕਹਿ ਸਕਦਾ ਕਿ ਮਤਲਬ ਇਹ ਚੇਂਜ ਹੋਣਾ ਚਾਹੀਦਾ ਹੈ ਨਾ। ਇਹ ਸਾਰਾ ਜਿਹੜਾ ਮਾਹੌਲ ਹੈ, ਜਿਹੜਾ ਇਸ ਟਾਈਮ ਤੇ ਮਾਹੌਲ ਬਣਿਆ ਹੋਇਆ ਹੈ, ਮਾਹੌਲ ਬਦਲਣਾ ਚਾਹੀਦਾ ਹੈ। ਹਾਂਜੀ। ਸੋ ਦਰਸ਼ਕਾਂ ਨੂੰ ਕੀ ਕਹੋਗੇ ਤੁਸੀਂ ਹੁਣ ਕਿ ਦਰਸ਼ਕ ਕਿਉਂ ਫਿਲਮ ਦੇਖਣ ਜਾਣ? ਇਹ ਜੀ ਇਹ ਫਿਲਮ ਬਹੁਤ ਹੀ ਅਲਟਰਾ ਰੀਅਲ ਹੈ। ਹਰ ਕੈਰੈਕਟਰ ਇਟਸ ਆਲਮੋਸਟ ਜਿਵੇਂ ਰੀਅਲ ਟਾਈਮ ਵਿੱਚ ਅਸੀਂ ਸ਼ੂਟ ਕੀਤਾ ਹੈ ਤੇ ਰੀਅਲ ਟਾਈਮ ਵਿੱਚ ਐਕਟਿੰਗ ਕੀਤੀ ਹੈ। ਸੋ ਬਹੁਤ ਹੀ ਅੱਡ ਕਿਸਮ ਦੀ ਫਿਲਮ ਹੈਗੀ ਹੈ ਤੇ ਇਹ ਜਨਰ ਬਹੁਤ ਫਰਕ ਹੈ। ਨੋਰਮਲ ਜਿਹੜਾ ਜਨਰਸ ਹੈਗੇ ਨੇ ਉਸ ਤੋਂ ਥੋੜ੍ਹਾ ਜਿਹਾ ਹਟ ਕੇ ਹੈ। ਬਹੁਤ ਹੀ ਇੰਟਰਨੈਸ਼ਨਲ ਤਰੀਕੇ ਨਾਲ ਇਹ ਫਿਲਮ ਸ਼ੂਟ ਕੀਤੀ ਗਈ ਹੈ, ਠੀਕ ਹੈ ਜੀ। ਅਸੀਂ ਤਾਂ ਵੇਟ ਕਰ ਰਹੇ ਹਾਂ ਇਹਦੀ ਆਨਲਾਈਨ ਜਦੋਂ ਰਿਲੀਜ਼ ਵੀ ਕਰਾਂਗੇ, ਠੀਕ ਹੈ, ਇੰਟਰਨੈਸ਼ਨਲ ਪ੍ਰੋਪਰ ਰਿਲੀਜ਼ ਕਰਾਂਗੇ। ਤੇ ਇਹ ਫਿਲਮ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਮੁੱਦੇ ਨੇ ਐਕਚੁਅਲੀ ਉਹ ਮੁੱਦਿਆਂ ਬਾਰੇ ਗੱਲ ਕਰਦੀ ਹੈ। ਮਾਈਗ੍ਰੇਸ਼ਨ, ਬਾਹਰ ਜਾਣਾ, ਅਰਬਨ ਆਈਸੋਲੇਸ਼ਨ, ਤੁਸੀਂ ਇਕੱਲੇ ਹੈਗੇ ਹੋ, ਤੇ ਲਵ ਸਟੋਰੀ। ਇਹ 3 ਮੋਟੀ ਚੀਜ਼ਾਂ ਹੈਗੀਆਂ ਜਿਹਦੇ ਬਾਰੇ ਫਿਲਮ ਗੱਲ ਕਰਦੀ ਹੈ। ਤੇ ਜਿਹੜਾ ਪੰਜਾਬੀ ਦੇ ਬਾਰੇ, ਪੰਜਾਬੀ ਜਿਹੜਾ ਨੋਰਮਲ ਜਿਹੜਾ ਪੰਜਾਬੀ ਹੈਗਾ ਉਹ ਰਿਲੇਟ ਕਰੂਗਾ ਇਹਦੇ ਨਾਲ। ਕੋਈ ਵੀ ਜਿਹੜਾ ਬਾਹਰ ਗਿਆ ਉਹ ਰਿਲੇਟ ਕਰੂਗਾ। ਉਹਨਾਂ ਦੀ ਲਾਈਫ ਵਿੱਚ ਕੋਈ ਇੰਸਟੈਂਸਿਸ ਹੋਏ ਹੋਣਗੇ ਜਿਹੜਾ ਰਿਲੇਟ ਕਰ ਪਾਣਗੇ ਇਸ ਫਿਲਮ ਨਾਲ। ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਇੱਥੇ ਫਿਰ ਤੁਸੀਂ? ਹਾਂਜੀ, ਲੋਕਾਂ ਨੂੰ ਕੀ ਅਪੀਲ ਕਰੋਗੇ? ਮੈਂ ਤਾਂ ਬਸ ਇਹੀ ਕਹੂੰਗਾ ਜੀ, ਪਲੀਜ਼ ਜਾ ਕੇ ਫਿਲਮ ਵੇਖੋ, ਆਪਦੇ ਫਰੈਂਡਸ ਨੂੰ ਦੱਸੋ, ਤੇ ਜਦੋਂ ਆਨਲਾਈਨ ਆਏ ਫਿਰ ਵੀ ਪਲੀਜ਼ ਫਿਲਮ ਵੇਖੋ। ਥੈਂਕ ਯੂ। ਸੋ ਇਹ ਸਨ ਆਦੇਸ਼ ਸਿੱਧੂ ਜਿਨ੍ਹਾਂ ਵੱਲੋਂ ਦੇ ਫਿਲਮ ਨੂੰ ਲੈ ਕੇ ਬਹੁਤ ਵਧੀਆ ਫਿਲਮ ਕੀਤੀ ਗਈ। ਆਪਾਂ ਕਹਿ ਸਕਦੇ ਪੰਜਾਬੀ ਰਿਲੇਟਡ ਨੇ, ਜੋ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ, ਬਾਹਰ ਜਾ ਕੇ ਜਾਂਦੇ ਨੇ ਤੇ ਉਹਨਾਂ ਨੂੰ ਦਿੱਕਤਾਂ ਕਾਫੀ ਸਾਹਮਣਾ ਕਰਨਾ ਪੈਂਦਾ, ਉਸ ਨੂੰ ਲੈ ਕੇ ਫਿਲਮ ਬਣਾਈ ਗਈ। ਸੋ ਤੁਹਾਨੂੰ ਵੀ ਇਹ ਅਪੀਲ ਕਰਾਂਗੇ ਕਿ ਜਾ ਕੇ ਫਿਲਮ ਇੱਕ ਵਾਰੀ ਜ਼ਰੂਰ ਦੇਖੋ ਤੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਦੀ ਲੱਗੀ।